ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਤੁਹਾਡੇ ਨਾਲ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਗੱਲ ਕਰਾਂਗੇ। ਸ਼ਾਇਦ ਉਸ ਉੱਪਰ ਤੁਹਾਨੂੰ ਯਕੀਨ ਨਾ ਹੋਵੇ। ਆਪਣੇ ਚੈਨਲ ਦੇ ਸਬਸਕ੍ਰਾਈਬ ਮਤਲਬ ਕਿ ਆਪਣਾ ਪਰਿਵਾਰ ਹੁਣ 1.25 ਲੱਖ ਪਾਰ ਕਰ ਗਿਆ ਹੈ। ਉਸ ਲਈ ਤੁਹਾਡਾ ਸਭ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ। ਸੰਗਤ ਜੀ, ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ। ਤੁਹਾਡੇ ਨਾਲ ਹੁਣ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ। ਅੱਜ ਦੀ ਸਾਡੀ ਇਹ ਘਟਨਾ ਹਿਮਾਚਲ ਦੇ ਵਿੱਚ ਰਹਿੰਦੀ ਸਰਦਾਰ ਫੈਮਿਲੀ ਦੀ ਹੈ ਅਤੇ ਅੱਜ ਉਹ ਪਰਿਵਾਰ ਧਰਮ ਤੇ ਭੁੱਖ ਦੇ ਵਿੱਚ ਫਸ ਚੁੱਕਿਆ ਹੈ। ਪੂਰੀ ਗੱਲ ਸੁਣ ਕੇ ਪਰਿਵਾਰ ਨੂੰ ਇਸ ਉਲਝਣ ਦੇ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਜਿਸ ਦੇ ਵਿੱਚ ਤੁਹਾਡੀ ਲੋੜ ਹੈ। ਸਿੱਖ ਧਰਮ ਵਿੱਚ ਜੋ ਮਰਿਆਦਾ ਹੈ ਕਿ ਮਾਸ ਨਹੀਂ ਖਾਣਾ ਚਾਹੀਦਾ। ਜਿਹੜਾ ਮਰਜੀ ਮਾਸ ਹੋਵੇ, ਜੀਵ ਹੱਤਿਆ ਇੱਕ ਪਾਪ ਹੈ। ਗੁਰਦੁਆਰਿਆਂ ਦੇ ਵਿੱਚ ਬੱਕਰੇ ਵੱਢਣੇ ਵੀ ਗਲਤ ਹਨ। ਅੰਮ੍ਰਿਤ ਛਕ ਕੇ ਮੀਟ ਖਾਣਾ ਵੀ ਇੱਕ ਪਾਪ ਹੈ। ਚਾਹੇ ਸ਼੍ਰੀ ਸਾਹਿਬ ਨੂੰ ਲੁਕੋ ਕੇ ਖਾਇਆ ਜਾਵੇ ਜਾਂ ਫਿਰ ਦਿਖਾ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਇਹ ਨਹੀਂ ਸਿਖਾਇਆ ਤੇ ਇਹ ਹੀ ਸਾਡੀ ਸੋਚ ਹੈ। ਪਰ ਕਮਾਈ ਦੇ ਖਾਤਰ ਮਾਸ ਵੱਢਣਾ ਤੇ ਵੇਚਣਾ, ਉਹ ਵੀ ਇੱਕ ਸਰਦਾਰ ਦੇ ਲਈ ਇਹ ਗਲਤ ਹੈ ਜਾਂ ਫਿਰ ਸਹੀ। ਆਪਣੇ ਪੇਟ ਤੇ ਪਰਿਵਾਰ ਦੇ ਵਾਸਤੇ ਮਾਸ ਤੋਂ ਕਮਾਈ ਕਰਨਾ ਕਿੱਥੋਂ ਤੱਕ ਜਾਇਜ਼ ਹੈ। ਕਾਫੀ ਪਹਿਲਾਂ ਦਵਿੰਦਰ ਸਿੰਘ ਦੀ ਆਪਣੀ ਫੈਕਟਰੀ ਬਠਿੰਡੇ ਦੇ ਵਿੱਚ ਸੀ। ਬਿਜਲੀ ਵਾਲੀਆਂ ਪਾਈਪਾਂ ਬਣਾਉਣ ਦੀ ਫੈਕਟਰੀ ਸੀ। ਦਵਿੰਦਰ ਦਾ ਕੰਮ ਵਧੀਆ ਚੱਲਿਆ ਤੇ ਕਿਸੇ ਕਾਰਨ ਬਠਿੰਡਾ ਛੱਡ ਕੇ ਹਿਮਾਚਲ ਆ ਕੇ ਵਸਣਾ ਪਿਆ। ਬਠਿੰਡੇ ਵਾਲੇ ਘਰ ਤੇ ਫੈਕਟਰੀ ਵੇਚ ਦਿੱਤੀ ਗਈ ਤੇ ਹਿਮਾਚਲ ਆ ਕੇ ਆਪਣਾ ਘਰ ਲਿਆ। ਇੱਥੇ ਵੀ ਪੈਸਾ ਲਗਾ ਕੇ ਇੱਕ ਫੈਕਟਰੀ ਖੋਲ ਲਈ। ਪਹਿਲਾਂ ਤਾਂ ਕੰਮ ਵਧੀਆ ਚੱਲਿਆ, ਬੱਚੇ ਵੀ ਪੜ੍ਹ ਲਿਖ ਗਏ। ਪਰ ਕਿਸੇ ਹਾਦਸੇ ਦੇ ਵਿੱਚ ਦਵਿੰਦਰ ਸਿੰਘ ਦੋਹੇ ਲੱਤਾਂ ਤੋਂ ਹੀਣਾ ਹੋ ਗਿਆ। ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਵੱਡੇ ਮੁੰਡੇ ਦੇ ਉੱਤੇ ਆ ਗਈ ਸੀ। ਫੈਕਟਰੀ ਵਧੀਆ ਚੱਲਦੀ ਸੀ ਤੇ ਦਵਿੰਦਰ ਸਿੰਘ ਦਾ ਵੱਡਾ ਮੁੰਡਾ ਸਾਰਾ ਕੰਮ ਜਾਣਦਾ ਸੀ। ਇੱਥੇ ਇੱਕ ਗੱਲ ਦੱਸ ਦਈਏ ਕਿ ਪਰਿਵਾਰ ਕੇਸਧਾਰੀ ਹੈ। ਚਿਹਰੇ ਦੇ ਉੱਤੇ ਦਾੜੀ ਪ੍ਰਕਾਸ਼ ਹੈ, ਪਰ ਪਰਿਵਾਰ ਅੰਮ੍ਰਿਤਧਾਰੀ ਨਹੀਂ। ਸਾਰਾ ਪਰਿਵਾਰ ਪਰਮਾਤਮਾ ਦਾ ਨਾਮ ਤੇ ਸੇਵਾ ਕਰਨ ਵਾਲਾ ਹੈ। ਹੁਣ ਤੱਕ ਉਸ ਦੇ ਵੱਡੇ ਮੁੰਡੇ ਦੀ ਉਮਰ ਕਾਫੀ ਹੋ ਚੁੱਕੀ ਸੀ ਤੇ ਦੋਨੇ ਲੜਕੇ ਫੈਕਟਰੀ ਚਲਾਉਂਦੇ ਸਨ। ਸਮਾਂ ਲੰਘਿਆ ਤੇ ਸਰਕਾਰਾਂ ਦੇ ਨਿਯਮ ਦੇ ਵਿੱਚ ਬਦਲਾਵ ਆਇਆ, ਜੋ ਕਿ ਸਰਕਾਰਾਂ ਦਾ ਸੰਕਟ ਉਹਨਾਂ ਦੀ ਰੋਜੀ ਰੋਟੀ ਅਤੇ ਫੈਕਟਰੀ ਦੇ ਉੱਤੇ ਆ ਖੜਿਆ। ਸ਼ਰਤਾਂ ਨੂੰ ਨਾ ਪੂਰਾ ਕਰਦੇ ਹੋਏ ਉਹਨਾਂ ਦੀ ਫੈਕਟਰੀ ਹੌਲੀ-ਹੌਲੀ ਦਮ ਤੋੜਦੀ ਰਹੀ ਤੇ ਆਖਿਰ ਫੈਕਟਰੀ ਵਿੱਚ ਤਾਲਾ ਲਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਮਾਈ ਦਾ ਸਾਧਨ ਵੀ ਬੰਦ ਹੋ ਗਿਆ। ਪਰਿਵਾਰ ਨੇ ਆਪਣੀ ਕਮਾਈ ਦਾ ਸਾਧਨ ਫੈਕਟਰੀ ਹੀ ਸਮਝਿਆ ਸੀ ਅਤੇ ਹੋਰ ਕੋਈ ਵੀ ਸਾਧਨ ਉਹਨਾਂ ਦੇ ਕੋਲ ਨਹੀਂ ਸੀ। ਅਚਾਨਕ ਬੰਦ ਹੋਈ ਫੈਕਟਰੀ ਦੇ ਨਾਲ ਹੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਫੈਕਟਰੀ ਦੇ ਲਈ ਹੀ ਲੱਖਾਂ ਦਾ ਕਰਜ਼ਾ ਲਿਆ ਹੋਇਆ ਸੀ ਤੇ ਹੁਣ ਉਹ ਸਾਰਾ ਕਰਜ਼ਾ ਉਹਨਾਂ ਦੇ ਸਿਰ ਦੇ ਉੱਤੇ ਆਣ ਪਿਆ। ਪਰਿਵਾਰ ਨੂੰ ਕੁਝ ਸਮਝ ਨਾ ਲੱਗਿਆ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਫੈਕਟਰੀ ਦੁਬਾਰਾ ਖੁਲਵਾ ਨਾ ਸਕੇ ਤੇ ਨਾ ਹੀ ਸਰਕਾਰਾਂ ਦੇ ਸਾਹਮਣੇ ਇਹ ਕੋਈ ਵਸ ਚੱਲਿਆ। ਕਰਜ਼ਾ ਉਤਾਰਨ ਦੇ ਖਾਤਰ ਘਰ ਵੇਚਣਾ ਪਿਆ। ਜੋ ਵੀ ਪੈਸੇ ਜਮ੍ਹਾਂ ਸੀ ਉਹ ਵੀ ਕਰਜ਼ੇ ਦੇ ਵਿੱਚ ਹੀ ਦੇਣੇ ਪਏ। ਹੁਣ ਪਰਿਵਾਰ ਦੇ ਕੋਲ ਕੁਝ ਵੀ ਨਹੀਂ ਬਚਿਆ ਸੀ ਤੇ ਪਰਿਵਾਰ ਸੜਕ ਦੇ ਉੱਤੇ ਆ ਖੜਿਆ। ਕਿਰਾਏ ਦੇ ਘਰ ਦੇ ਵਿੱਚ ਰਹਿਣਾ ਸ਼ੁਰੂ ਕੀਤਾ। ਉਹਨਾਂ ਦੋਨਾਂ ਭਰਾਵਾਂ ਨੇ ਛੋਟਾ-ਮੋਟਾ ਕੰਮ ਕਿਸੇ ਦੁਕਾਨ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਤੇ ਪਰਿਵਾਰ ਵੱਡਾ ਸੀ। ਹਿਮਾਚਲ ਵਰਗੇ ਸ਼ਹਿਰ ਦੇ ਵਿੱਚ ਰਹਿਣਾ ਤੇ ਜਿਉਣਾ ਬਹੁਤ ਔਖਾ। ਜਦੋਂ ਜ਼ਰੂਰਤਾਂ ਤੇ ਖਰਚੇ ਵੱਧ ਗਏ ਤੇ ਕਮਾਈ ਦਾ ਪੈਸਾ ਘਟ ਗਿਆ ਤਾਂ ਜ਼ਿੰਦਗੀ ਦੇ ਅਸਲੀ ਮਾਇਨੇ ਸਮਝ ਆਉਣ ਲੱਗੇ। ਵੱਡੇ ਭਰਾ ਬਿਮਾਰ ਰਹਿੰਦਾ ਸੀ ਤੇ ਵੱਡੇ ਭਰਾ ਨੇ ਛੋਟੇ ਭਰਾ ਨੂੰ ਕਿਹਾ ਕਿ ਆਪਣਾ ਛੋਟਾ-ਮੋਟਾ ਕੰਮ ਸ਼ੁਰੂ ਕਰ ਲੈ, ਹੌਲੀ-ਹੌਲੀ ਵੱਧ ਜਾਵੇਗਾ। ਛੋਟਾ ਭਰਾ ਸਿਆਣਾ ਸੀ ਤੇ ਉਸਨੇ ਸੋਚਣਾ ਸ਼ੁਰੂ ਕੀਤਾ
ਇਸ ਦੇ ਛੋਟੇ ਭਰਾ ਨੇ ਪਹਿਲਾਂ ਫਾਸਟ ਫੂਡ ਦੀ ਰੇਹੜੀ ਖੋਲੀ। ਇਹ ਜਾਣਦਾ ਸੀ ਕਿ ਦੋਵੇਂ ਭਰਾਵਾਂ ਨੇ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ, ਪਰ ਕੰਮ ਨਹੀਂ ਚੱਲਿਆ। ਜਿਹੜਾ ਥੋੜਾ ਬਹੁਤਾ ਪੈਸਾ ਕਮਾਇਆ ਸੀ ਉਹ ਵੀ ਇਹਦੇ ਵਿੱਚ ਹੀ ਖਰਾਬ ਹੋ ਗਿਆ ਤੇ ਕਾਰੋਬਾਰ ਵੀ ਫੇਲ ਹੋ ਗਿਆ। ਕੋਈ ਕੰਮ ਨਾ ਹੋਣ ਕਾਰਨ ਪਰਿਵਾਰ ਬਹੁਤ ਔਖਾ ਹੋਇਆ ਤੇ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਦੇਣੀਆਂ ਵੀ ਮੁਸ਼ਕਲ ਹੋ ਗਈਆਂ। ਦੁਬਾਰਾ ਫਿਰ ਉਹ ਦੋਨੋਂ ਭਰਾਵਾਂ ਨੇ ਕਿਸੇ ਦੁਕਾਨ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਵੱਡਾ ਭਰਾ ਬਹੁਤ ਵਾਰ ਹੱਥ ਪੈਰ ਮਾਰਦਾ ਪਰ ਕੋਈ ਕੰਮ ਨਾ ਬਣਦਾ ਤੇ ਨਾ ਹੀ ਕੋਈ ਕੰਮ ਚੱਲਦਾ। ਨਿੱਤ ਹੀ ਕੰਮ ਤੋਂ ਵਾਪਿਸ ਆਉਣ ਵੇਲੇ ਵਕਤ ਦੇ ਟਾਈਮ ਗੁਰਦੁਆਰਾ ਸਾਹਿਬ ਜਾ ਕੇ ਆਉਂਦੇ ਸੀ। ਇੱਕ ਦਿਨ ਕੰਮ ਤੋਂ ਵਾਪਿਸ ਆਉਣ ਲੱਗਿਆ ਉਸ ਨੂੰ ਆਪਣੀ ਫੈਕਟਰੀ ਦਾ ਇੱਕ ਸਪਲਾਇਰ ਮਿਲਿਆ ਜੋ ਕਿ ਕਦੇ ਉਹਨਾਂ ਦੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ। ਉਸ ਦੀ ਹਾਲਤ ਦੇਖ ਕੇ ਉਸ ਨੂੰ ਬੜਾ ਹੀ ਦੁੱਖ ਹੋਇਆ ਤੇ ਉਸ ਸਪਲਾਇਰ ਨੂੰ ਦੱਸਿਆ ਕਿ ਉਸ ਦਾ ਹਿਮਾਚਲ ਦੇ ਵਿੱਚ ਕੋਈ ਵੀ ਕੰਮ ਨਹੀਂ ਚੱਲਦਾ ਤੇ ਪਰਿਵਾਰ ਪਰੇਸ਼ਾਨ ਹੈ। ਫਾਸਟ ਫੂਡ ਦਾ ਕੰਮ ਹਿਮਾਚਲ ਦੇ ਵਿੱਚ ਬਹੁਤ ਹੈ, ਉਸ ਦਾ ਉਹ ਕਾਰੋਬਾਰ ਵੀ ਨਹੀਂ ਚੱਲਿਆ। ਇਸ ਆਦਮੀ ਨੇ ਉਸ ਨੂੰ ਕਿਹਾ ਕਿ ਜੇਕਰ ਕੰਮ ਕਰਨਾ ਹੈ ਤਾਂ ਨੌਨ ਵੈਜ ਮੀਟ ਮਾਸ ਦਾ ਕਰ, ਉਹ ਚੱਲਦਾ ਹੈ, ਕਮਾਈ ਵੀ ਵਧੀਆ ਹੋ ਜਾਂਦੀ ਹੈ, ਜਿੱਥੇ ਮਰਜੀ ਲਗਾ ਕੇ ਬੈਠ ਜਾਓ, ਬਹੁਤ ਹੀ ਵਧੀਆ ਕੰਮ ਚੱਲਦਾ ਹੈ। ਉਸ ਦਾ ਪਰਿਵਾਰ ਮਾਸ ਮੱਛੀ ਤੋਂ ਦੂਰ ਹੀ ਰਹਿੰਦਾ ਸੀ। ਉਸਨੇ ਝੱਟ ਹੀ ਮਨਾ ਕਰ ਦਿੱਤਾ, ਪਰ ਉਸ ਦੇ ਮਨ ਦੇ ਵਿੱਚ ਇਹ ਚੱਲਦਾ ਸੀ ਕਿ ਜੋ ਵੀ ਉਸ ਬੰਦੇ ਨੇ ਕਿਹਾ ਹੈ ਉਹ ਠੀਕ ਹੈ, ਕਿਉਂਕਿ ਨੌਨ ਵੈਜ ਦਾ ਕੰਮ ਚੱਲਦਾ ਹੀ ਚੱਲਦਾ ਹੈ ਤੇ ਕਮਾਈ ਵੀ ਵਧੀਆ ਹੁੰਦੀ ਹੈ। ਮੈਂ ਦੋ ਪਾਸੇ ਫਸ ਚੁੱਕਿਆ ਸੀ। ਜਦੋਂ ਪਰਿਵਾਰ ਜ਼ਿਆਦਾ ਤੰਗ ਹੋਇਆ ਤੇ ਉਸਨੇ ਆਪਣੇ ਪਿਤਾ ਦੇ ਨਾਲ ਗੱਲ ਕੀਤੀ ਕਿ ਆਪਾਂ ਨੂੰ ਨੌਨ ਵੈਜ ਦਾ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਹੈ, ਪਰ ਪਿਤਾ ਨੇ ਕਿਹਾ ਕਿ ਇਸ ਦੇ ਲਈ ਮੇਰਾ ਮਨ ਨਹੀਂ ਮੰਨਦਾ। ਪਰ ਉਸ ਦੇ ਪਿਤਾ ਨੇ ਕਿਹਾ ਕਿ ਤੂੰ ਕੰਮ ਸ਼ੁਰੂ ਕਰ ਲੈ, ਆਪਣੇ ਪਰਿਵਾਰ ਵੀ ਪਾਲਣਾ ਹੈ, ਕਮਾਈ ਦੇ ਲਈ ਕੰਮ ਕਰਨਾ ਕੁਝ ਗਲਤ ਨਹੀਂ ਹੁੰਦਾ। ਇਸ ਦੇ ਲਈ ਪਿਤਾ ਇਹ ਗੱਲ ਕਿਉਂ ਕਹੀ ਤੇ ਕੀ ਸੋਚ ਕੇ ਕਹੀ ਇਹ ਤਾਂ ਪਤਾ ਨਹੀਂ, ਪਰ ਆਪਣੇ ਪਿਤਾ ਦੀ ਗੱਲ ਮੰਨ ਕੇ ਉਸ ਦੇ ਲੜਕੇ ਨੇ ਕੰਮ ਸ਼ੁਰੂ ਕਰ ਲਿਆ। ਪਰ ਉਹ ਹੋਇਆ ਜਿਸ ਦੀ ਉਮੀਦ ਨਹੀਂ ਸੀ। ਪਹਿਲੇ ਹੀ ਦਿਨ ਤੋਂ ਕੰਮ ਜ਼ੋਰਾਂ ਤੇ ਸੀ। ਹੌਲੀ ਹੌਲੀ ਕਰਕੇ ਕੰਮ ਵਧਿਆ। ਰੇੜੀ ਤੋਂ ਦੁਕਾਨ ਤੇ ਆ ਗਏ ਤੇ ਫਿਰ ਉਹੀ ਦੁਕਾਨ ਉਹਨਾਂ ਨੇ ਖਰੀਦ ਲਈ ਤੇ ਹੌਲੀ ਹੌਲੀ ਕਰ ਉਹਨਾਂ ਨੇ ਆਪਣਾ ਘਰ ਹਿਮਾਚਲ ਦੇ ਵਿੱਚ ਲੈ ਲਿਆ। ਤੇ ਇਹ ਸਭ ਕਾਰਨ ਦੇ ਵਿੱਚ ਉਹਨਾਂ ਨੂੰ 8 ਸਾਲ ਦੀ ਮਿਹਨਤ ਲੱਗੀ। ਕਿਸੇ ਸਮੇਂ ਸੜਕਾਂ ਦੇ ਉੱਤੇ ਧੱਕੇ ਖਾਂਦੇ ਸੀ ਤੇ ਅੱਜ ਕਾਰੋਬਾਰ ਆਸਮਾਨਾਂ ਤੇ ਹੈ। ਉਸ ਦਾ ਪਰਿਵਾਰ ਤੇ ਆਪ ਉਹ ਮਾਸ ਮੱਛੀ ਨਹੀਂ ਖਾਂਦੇ, ਸਿਰਫ ਵੇਚਦੇ ਹੀ ਹੈ ਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਹੈ। ਉਸ ਦੇ ਪਿਤਾ ਨੇ ਕਿਹਾ ਕਿ ਦੁੱਖ ਤਕਲੀਫਾਂ ਤਾਂ ਦੂਰ ਹੋ ਗਈਆਂ, ਮੰਨਿਆ ਜਾ ਸਕਦਾ ਹੈ, ਪਰ ਦਿਲ ਦੇ ਵਿੱਚ ਹੁਣ ਵੀ ਕੁਝ ਨਾ ਕੁਝ ਭੁਲੇਖੇ ਫਸੇ ਹੋਏ ਹਨ। ਉਹਨਾਂ ਭੁਲੇਖਿਆਂ ਦਾ ਕਾਰਨ ਇਹ ਹੈ ਕਿ ਜੋ ਕੰਮ ਕਰ ਰਹੇ ਹਾਂ ਮੀਟ ਮਾਸ ਵੇਚਣ ਦਾ, ਕੀ ਇਹ ਮੈਂ ਠੀਕ ਕਰ ਰਿਹਾ ਹਾਂ? ਪਰਮਾਤਮਾ ਮੈਨੂੰ ਇਸ ਕੰਮ ਲਈ ਮਾਫ ਕਰੇਗਾ। ਮੈਂ ਤਾਂ ਇਹ ਕਾਰੋਬਾਰ ਆਪਣੀ ਰੋਜੀ ਰੋਟੀ ਦੇ ਲਈ ਕੀਤਾ, ਕਿਉਂਕਿ ਮੈਂ ਹੋਰ ਬਹੁਤ ਕੰਮ ਕਰਕੇ ਦੇਖ ਲਏ ਸੀ ਪਰ ਕੋਈ ਨਾ ਚੱਲਿਆ। ਇਹ ਸਭ ਕੁਝ ਮੈਂ ਆਪਣੀ ਰੋਜੀ ਰੋਟੀ ਦੇ ਲਈ ਕੀਤਾ ਸੀ ਕਿ ਮੈਨੂੰ ਇਸ ਦਾ ਵੀ ਪਾਪ ਲੱਗੇਗਾ। ਇਹ ਸੋਚ ਕੇ ਮੈਂ ਕਈ ਵਾਰ ਡਰ ਜਾਂਦਾ ਹਾਂ, ਪਰ ਫਿਰ ਮੈਂ ਆਪਣੇ ਪਰਿਵਾਰ ਦੇ ਵੱਲ ਦੇਖ ਕੇ ਚੁੱਪ ਕਰ ਜਾਂਦਾ ਹਾਂ। ਇਸ ਦਾ ਜਵਾਬ ਤਾਂ ਸਾਡੇ ਕੋਲ ਵੀ ਨਹੀਂ। ਤੁਸੀਂ ਆਪਣੀ ਮਤ ਮੁਤਾਬਿਕ ਇਸ ਦਾ ਜਵਾਬ ਦਿਓ। ਅਗਰ ਹੈ, ਜੇਕਰ ਕੋਈ ਸਿੱਖ ਵਿਦਵਾਨ ਸੁਣ ਰਿਹਾ ਹੈ ਤਾਂ ਬਾਣੀ ਦੇ ਮੁਤਾਬਿਕ ਇਸ ਦਾ ਹੱਲ ਦੱਸਿਓ। ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।